अस्सलाम वालेकुम। समा पंजाबी च मैं तुहाडे नाल मौजूद हाँ सरदार शहरयार। तुसीं मेरे मगर मैदान वेख सकते जो। तुसीं समझदे कि शायद खाली मैदान है, ये खाली मैदान नहीं है। ये सैलाब दियाँ तबाहकारियां ने ਜਿਹੜੇ पूरी ਦੀ पूरी फसल ਨੂੰ ਇੱਕ मैदान ਦੀ ਸ਼ਕਲ ਦੇ ਗਿਆ ਹੈਗਾ। पूरी ਦੀ पूरी फसल ਜ਼ਿਮੀਦਾਰ ਦੀ ਦੇ ਥੱਲੇ ਦੱਬੀ ਗਈ ਹੈਗੀ ਹੈ, ਜਿੰਦੇ ਵਿੱਚ ਕਿਹਾ ਜਾਵੇ ਮੁੰਜੀ ਸਾਰੀ ਮਲੀਆਂ ਮੇਟ ਹੋ ਗਈ, ਤਬਾਹ ਹੋ ਗਈਆਂ ਨੇ। ਮਕਾਨ ਲੋਕਾਂ ਦੇ ਡਿੱਗੇ ਨੇ, ਲੇਕਿਨ ਉਹਦੇ ਨਾਲ ਨਾਲ ਜਿਹੜਾ ਐਗਰੀਕਲਚਰ ਦਾ ਨੁਕਸਾਨ ਹੋਇਆ ਨਾ ਉਹ ਕਰੋੜਾਂ ਅਰਬਾਂ ਦਾ ਹੋਇਆ ਹੈ। ਇਹਦੇ ਬਾਰੇ ਸਾਡੇ ਨਾਲ ਕੁਝ ਪਿੰਡ ਵਾਲੇ ਮੌਜੂਦ ਹੈਗੇ ਨੇ, ਇਹਨਾਂ ਨਾਲ ਗੱਲ ਕਰਨੇ ਆ ਤੇ ਪੁੱਛਣੇ ਕਿੰਨਾ ਕੁ ਨੁਕਸਾਨ ਹੋਇਆ ਤੇ ਇਹਦੇ ਥੱਲੇ ਕਿੰਨੇ ਕੁ ਜ਼ਮੀਨ ਹੈਗੀ ਜਿਹੜੀ ਇਹਦੇ ਥੱਲੇ ਦੱਬੀ ਗਈ ਹੈਗੀ ਹੈ। अस्सलाम वालेकुम। वालेकुम सलाम सर। ਕੀ ਨਾਮ ਹੈ ਤੁਹਾਡਾ? ਐਸਨ ਅਲੀ ਸਰ ਨਾਮ ਹੈ। ਅੱਛਾ, ਇਹਦੇ ਥੱਲੇ ਕੀ ਕੱਢਿਆ ਵੈਸੇ? ਸਰ ਇਸ ਦੇ ਥੱਲੇ ਮੁੰਜੀ ਸੀ ਜੀ, ਜਿਹੜੀ ਕਿ ਦਰਿਆ ਦਾ ਪਾਣੀ ਆਉਣ ਦੀ ਵਜ੍ਹਾ ਨਾਲ ਇਹ ਸਾਰਾ ਤਬਾਹ ਬਰਬਾਦ ਹੋ ਗਿਆ ਜੀ। ਸਾਡੇ ਇੱਥੋਂ ਕਮ ਅਜ਼ ਕਮ 35-36 ਪਿੰਡ ਨੇ ਤਹਿਸੀਲ ਚੀਚਾਨੀ ਦੇ, ਜਿਹੜੇ ਕਿ ਇਸੇ ਤਰ੍ਹਾਂ ਹੀ ਸਾਰਾ ਤਬਾਹ ਬਰਬਾਦ ਹੋ ਗਿਆ। ਦਰਿਆ ਮਿੱਟੀ ਤੇ ਸੁੱਟੀ ਹੈ ਦਰਿਆ ਨੇ ਬਾਹਰ, ਜਿਹੜੀ ਕਿ ਥੱਲੇ ਫਸਲਾਂ ਤਬਾਹ ਬਰਬਾਦ ਹੋ ਗਈਆਂ। ਅੱਛਾ, ਮੈਨੂੰ ਇਹ ਦੱਸਿਆ ਜੋ ਕਿੰਨੀ ਕੁ ਦੇਰ ਹੋ ਗਈ ਸੀ ਇੱਥੇ ਫਸਲ ਕਾਸ਼ਤ ਹੋਈ ਹੁੰਦੀ, ਕਿੰਨਾ ਕੁ ਮਿਹਨਤ ਹੋ ਚੁੱਕੀ ਸੀ? ਸਰ ਫਸਲ ਮੁੰਜੀ ਦੀ ਸਾਡੀ ਤਿਆਰ ਹੋਣ ਵਾਲੀ ਸੀ ਜੀ, ਕਿਉਂਕਿ 3 ਮਹੀਨੇ ਦੀ ਫਸਲ ਹੁੰਦੀ ਹੈ ਜੀ। ਉਹ ਆ ਹੁਣ 10ਵੇਂ 11ਵੇਂ ਮਹੀਨੇ 'ਚ ਬਰਦਾਸ਼ਤ ਕਰ ਲੈਣੀ ਸੀ, ਕਾਸ਼ਤ ਹੋ ਗਈ ਸੀ, ਮੁਕੰਮਲ ਤਿਆਰ ਹੋ ਚੁੱਕੀ ਸੀ। ਤੇ ਤੁਹਾਡੇ ਕਹਿਣ ਦਾ ਮਤਲਬ ਕਿ ਇੱਕ ਤਰ੍ਹਾਂ ਦੀ ਫਸਲ ਪੂਰੀ ਤਿਆਰ ਸੀ ਜਿਹੜੀ ਤਬਾਹ ਹੋ ਗਈ? ਜੀ ਬਿਲਕੁਲ ਸਰ। ਕਿੰਨੀ ਕੁ ਫਸਲ ਹੈ, ਮਤਲਬ ਟੋਟਲ ਏਰੀਆ ਹੈਗਾ ਜਿੰਦੇ ਵਿੱਚ ਫਸਲਾਂ ਤਬਾਹ ਹੋਈਆਂ ਨੇ? ਸਰ 100 ਦੇ ਹਿਸਾਬ ਨਾਲ 100 ਏਕੜ ਤੋਂ ਵੀ ਜ਼ਿਆਦਾ ਜਿਹੜੀ ਹੈ ਫਸਲ ਸਾਡੇ ਇਲਾਕੇ 120 ਸਮਾਨੀਆਰ ਦੀ ਤਬਾਹ ਬਰਬਾਦ ਹੋ ਚੁੱਕੀ ਹੈ। ਤੇ ਇਹ ਲੋਕਾਂ ਨੇ ਫਿਰ ਆਦੀਆਂ ਫਸਲਾਂ ਆਪਣੇ ਠੇਕੇ 'ਤੇ ਵੀ ਲਈਆਂ ਵੀ ਹੈਗੀਆਂ ਨੇ, ਕਾਫੀ ਹੱਦ ਤੱਕ ਕਾਫੀ ਨੁਕਸਾਨ ਹੋਇਆ ਹੈ, ਜਿਹਦੇ ਨਾਲ ਪਾਕਿਸਤਾਨ ਮੁਆਸ਼ੀ ਤੌਰ 'ਤੇ ਵੀ ਕਾਫੀ ਥੱਲੇ ਆਇਆ ਹੈਗਾ, ਕਿਉਂਕਿ ਸਾਰਾ ਇਨਹਿਸਾਰ ਜਿਹੜਾ ਹੁੰਦਾ ਉਹ ਜ਼ਿਮੀਂਦਾਰਾਂ 'ਤੇ ਹੁੰਦਾ ਹੈਗਾ। ਅਤੇ ਜ਼ਿਮੀਂਦਾਰਾ ਜਿਹੜਾ ਹੈਗਾ ਨਾ, ਚਾਵਲ ਹੋ ਗਿਆ, ਕਮਾਦ ਹੋ ਗਿਆ, ਨਰਮਾ ਹੋ ਗਿਆ, ਹਰ ਚੀਜ਼ ਇਸ ਟਾਈਮ ਤਬਾਹ ਹੋ ਚੁੱਕੀ ਹੈਗੀ ਹੈ। ਸਲਾਬ ਦੇ ਨਾਲ ਆ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਕੋਲ ਹੀ ਨਹੀਂ ਖੜਾ ਹੋਇਆ ਜਾਂਦਾ ਪਿਆ ਹੈਗਾ, ਪੈਰ ਵਿੱਚ ਜਾ ਰਹੇ ਨੇ। ਅਤੇ ਕਿੰਨੀ ਉੱਤੇ ਮਿੱਟੀ ਹੈਗੀ ਹੈ ਥੱਲੇ, ਕਮ ਅਜ਼ ਕਮ ਐਡੀ ਫਸਲ ਜਿਹੜੀ ਥੱਲੇ ਹੈਗੀ ਹੈ, ਅਤੇ ਉੱਤੇ ਫੁੱਲ ਮਿੱਟੀ ਦੇ ਨਾਲ ਸਾਨੂੰ ਹਾਲੇ ਤੱਕ ਨਜ਼ਰ ਨਹੀਂ ਆਈ। ਤੁਹਾਨੂੰ ਅੱਗੋਂ ਕਿਦੋਂ ਖਾਣੇ ਹੈਗੇ ਆ ਕਿ ਕਿਦੋਂ ਨਜ਼ਰ ਆ ਜਾਵੇ। ਕਮ ਅਜ਼ ਕਮ ਕੋਈ 3 ਫੁੱਟ ਹੋਵੇ ਦੀ ਇਹ ਜਗ੍ਹਾ ਜਿਹਦੇ ਥੱਲੇ ਹੈਗੀ ਹੈ, ਪਾਣੀ ਦੇ ਨਾਲ ਇੱਕ ਮਲੀਆ ਮੇਟ ਹੋ ਚੁੱਕਾ, ਨਹੀਂ ਲੱਗਦਾ ਜਿਵੇਂ ਸਿਰਫ ਮੈਦਾਨ ਹੀ ਹੈਗਾ ਅਤੇ ਇੱਥੇ ਕੋਈ ਫਸਲ ਹੈਗੀ ਹੀ ਨਹੀਂ ਹੈਗੀ ਸੀ। ਇਹ ਹੁੰਦੀ ਸਲਾਬ ਦੀ ਤਬਾਹ ਕਰ ਰਹੀਆਂ। ਅਤੇ ਇਸ ਗੌਰਮੈਂਟ ਨੇ ਸਾਡੀ ਫੀਲ ਹੈਗੀ ਕਿ ਥੋੜ੍ਹਾ ਜਿਹਾ ਧਿਆਨ ਦੇਵੇ ਅਤੇ ਕਿਸਾਨਾਂ ਦੀ ਮਦਦ ਕਰੇ। ਅਤੇ ਅੱਗੇ ਵੀ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਕਿ ਕੀ ਤਬਾਹਕਾਰੀਆਂ ਹੋਈਆਂ ਨੇ। ਕਹਿੰਦੇ ਨੇ ਕਿ ਇੱਥੇ ਮੱਕੀ ਗੱਡੀ ਹੋਈ ਸੀ, ਜਿਹੜੀ ਸਾਰੀ ਛੋਟੀ ਛੋਟੀ ਹੁੰਦੀ ਹੈ ਅਤੇ ਤਾਜ਼ੀ ਗੱਡੀ ਹੁੰਦੀ, ਥੋੜ੍ਹਾ ਜਿਹਾ ਸਿੱਟਾ ਹੁੰਦਾ ਜਿਹੜਾ ਹੁੰਦਾ ਨਾ ਬਾਹਰ ਆਇਆ ਹੁੰਦਾ, ਅਤੇ ਉਸ ਟਾਈਮ ਹੀ ਸਲਾਬ ਆਇਆ ਅਤੇ ਉਹ ਵੀ ਤਕਰੀਬਨ ਸਾਰੀ ਮਿਹਨਤ ਜਿਹੜੀ ਸਮਝ ਲਓ ਪਾਣੀ 'ਚ ਬਹਿ ਗਈ ਅਤੇ ਉੱਤੇ ਮਿੱਟੀ ਨਾਲ ਦੱਬੀ ਗਈ ਹੈਗੀ। ਇਹ ਮੱਕੀ ਨਹੀਂ ਦੱਬੀ ਵੀ, ਇਹ ਕਿਸਾਨ ਦੀ ਮਿਹਨਤ ਥੱਲੇ ਦੱਬੀ ਵੀ ਹੈਗੀ ਹੈ। ਕੋਸ਼ਿਸ਼ ਕਰਨੇ ਕਿ ਇਹਦੇ ਵਿੱਚ ਕੋਈ ਸਿੱਟਾ ਨਿਕਲ ਆਵੇ, ਮੁਸ਼ਕਿਲ ਹੀ ਲੱਗ ਰਿਹਾ ਕਿ ਜਿੰਨੀ ਥੱਲੇ ਮਿੱਟੀ ਹੈਗੀ ਹੈ ਅਤੇ ਜਿੰਨਾ ਲੱਗ ਰਿਹਾ ਹੈਗਾ, ਕਮ ਅਜ਼ ਕਮ ਕੋਈ 2.5-3 ਫੁੱਟ ਉੱਤੇ ਮਿੱਟੀ ਹੈਗਾ। ਅਤੇ ਸਲਾਬ ਦੀ ਤਬਾਹ ਕਰੇ ਤੁਸੀਂ ਵੇਖ ਸਕਦੇ ਕਿੱਡਾ ਉੱਚਾ ਸਲਾਬ ਆਇਆ ਸੀ ਕਿ ਕਮ ਅਜ਼ ਕਮ 3-3 ਫੁੱਟ ਐਡੀ ਜਿਹੜੀ ਫਸਲ ਵਿੱਚ ਸਿਮਟ ਗਈ ਹੈਗੀ, ਅਤੇ ਉੱਤੇ ਮਿੱਟੀ ਦੇ ਨਾਲ ਉਹ ਬਹਿ ਗਈ ਹੈਗੀ ਹੈ ਅਤੇ ਇੱਕ ਮੈਦਾਨ ਹੀ ਬਣ ਗਿਆ ਹੈਗਾ। ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜੋ ਇੱਕ ਕਮਾਦ ਹੈ, ਕਮਾਦ ਤਬਾਹ ਬਰਬਾਦ ਹੋ ਗਏ। ਇਹ ਫਸਲ ਸਾਲ ਦੀ ਹੁੰਦੀ ਹੈ, ਇੱਕ ਸਾਲ ਦੀ ਪੂਰੇ ਸਾਲ ਦੀ ਮਿਹਨਤ ਹੈ ਜਿਹੜੀ ਤੁਸੀਂ ਵੇਖ ਸਕਦੇ ਕਿ ਬਿਲਕੁਲ ਤਬਾਹ ਬਰਬਾਦ ਹੋ ਜਾਏ। ਇਹਨਾਂ ਦਾ ਰੋਜ਼ਗਾਰ ਹੀ ਇਹ ਜ਼ਰੀਆ ਮਾਸ਼ ਹੀ ਇਹੀ ਹੈਗਾ, ਜਿਹਦੇ ਨੇ ਇਹਨਾਂ ਦੀ ਜ਼ਿੰਦਗੀ ਗੁਜ਼ਾਰਨੀ, ਇਹਦਾ ਸਾਲ ਗੁਜ਼ਾਰਨਾ, ਅਤੇ ਬੱਚਿਆਂ ਦੇ ਪੜ੍ਹਾਈ ਲਿਖਾਈ, ਰੋਟੀ ਸ਼ੋਟੀ ਹਰ ਚੀਜ਼ ਇਹਦੇ 'ਤੇ ਪੂਰੀ ਹੁੰਦੀ। ਕਿਉਂਕਿ ਅਗਰ ਕਿਸਾਨ ਹੀ ਹਿੰਮਤ ਵਾਲਾ ਹੋਵੇਗਾ ਅਤੇ ਕਿਸਾਨ ਹੀ ਆਦੀ ਪੈਦਾਵਾਰ ਅੱਛੀ ਕਰੇਗਾ ਤਾਂ ਮੁਲਕ ਤਰੱਕੀ ਕਰੇਗਾ। ਅਗਰ ਉਹਦਾ ਨੁਕਸਾਨ ਹੁੰਦਾ ਤਾਂ ਇਹਦਾ ਮਤਲਬ ਮੁਲਕ ਦਾ ਨੁਕਸਾਨ ਹੁੰਦਾ ਹੈ। ਸਲਾਬ ਦੇ ਨਾਲ ਘਰਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ, ਅਤੇ ਉਹਦੇ ਨਾਲ ਜਿਹੜਾ ਨੁਕਸਾਨ ਇਸ ਐਗਰੀਕਲਚਰ ਫੀਲਡ ਨੂੰ ਹੋਇਆ ਨਾ, ਇਹ ਅਰਬਾਂ ਰੁਪਏ ਦਾ ਹੈਗਾ, ਅਰਬਾਂ ਨਹੀਂ ਖਰਬਾਂ ਰੁਪਏ ਦਾ ਹੈਗਾ, ਜਿਹਦੇ ਨਾਲ ਮੁਲਕ ਦੀ ਮੁਆਸ਼ੀਅਤ ਬਹੁਤ ਥੱਲੇ ਆਈ ਹੈ। ਚਾਵਲ ਦੀ ਫਸਲ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਇੱਕ ਤਰ੍ਹਾਂ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਸਲਾਬ ਆਇਆ ਹੈਗਾ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅੱਛਾ, ਇਹ ਕਮਾਦ ਹੈ? ਹਾਂਜੀ। ਅਤੇ ਇਹਨੂੰ ਕਿੰਨੀ ਦੇਰ ਹੋ ਗਈ ਕਾਸ਼ਤ ਹੋਏ ਨੂੰ? ਇਹਨੂੰ ਤਕਰੀਬਨ ਸਾਲ ਹੋਣ ਵਾਲਾ। ਮਤਲਬ ਤਿਆਰ ਸੀ ਵੀ, ਅਤੇ ਇਹ ਵੀ ਹੁਣ ਤਬਾਹ ਬਰਬਾਦ ਹੋ ਚੁੱਕਾ ਹੈ। 1% ਹੀ ਹੁਣ ਕੰਮ ਦੀ ਨਹੀਂ ਰਹਿ ਗਈ? ਨਹੀਂ, 1% ਨਹੀਂ, ਬਿਲਕੁਲ ਤਬਾਹ ਹੋ ਗਿਆ। ਮਿੱਟੀ ਚੜ੍ਹ ਗਈ 3-3 4-4 ਫੁੱਟ। ਮਤਲਬ 12 ਮਹੀਨਿਆਂ ਦੀ ਫਸਲ ਜਿਹੜਾ ਬੜੀ ਮਿਹਨਤ ਦੇ ਨਾਲ ਤਿਆਰ ਹੁੰਦੀ ਹੈ ਤਾਂ ਟੋਟਲੀ ਇੱਕ ਝਟਕੇ ਦੇ ਵਿੱਚ ਹੀ ਪਾਣੀ ਦੇ ਨਾਲ ਬਹਿ ਗਈ। ਤੁਸੀਂ ਹਾਲਤ ਉਹਦੀ ਵੇਖ ਸਕਦੇ ਜੋ ਕਿ ਕਿਸੇ ਕਿਸਮ ਦੇ
ਕੰਮ ਦੀ ਨਹੀਂ ਰਹੇਗੀ, ਕੱਖ ਵੀ ਨਹੀਂ ਰਹੇਗੀ ਕਿ ਸਮਝੋ ਕਿ ਕੱਖ ਦੇ ਬਰਾਬਰ ਹੀ ਵਿਕ ਜਾਵੇ, ਉਹ ਵੀ ਨਹੀਂ ਵਿਕਣੀ। ਇਹ ਤੁਸੀਂ ਵੇਖ ਸਕਦੇ ਜੋ ਕਿ ਮਜ਼ੀਦ ਫਸਲ ਜਿਹੜੀ ਹੈਗੀ ਨਾ ਇੱਥੇ ਤਬਾਹ ਹੋਈ ਪਈ, ਬਰਬਾਦ ਹੋਈ ਪਈ ਹੈ, ਜਿਹਦੇ ਨਾਲ ਇੱਥੇ ਕਾਫੀ ਹੱਦ ਤੱਕ ਨਾ ਨੁਕਸਾਨ ਜ਼ਿਮੀਂਦਾਰਾਂ ਦਾ ਹੋਇਆ ਹੈਗਾ। ਇਹ ਗੰਨਾ ਜਿਹੜਾ ਆਮ ਦਿਨਾਂ ਲੋਕ ਖਾਂਦੇ ਨੇ ਜਾਂ ਜੂਸ ਬਣਦਾ, ਚੀਨੀ ਬਣਦੀ, ਹਰ ਚੀਜ਼ ਇੱਥੇ ਤਬਾਹ ਬਰਬਾਦ, ਕੁਛ ਵੀ ਨਹੀਂ ਬਣ ਸਕਦਾ। ਹੁਣ ਇਹ ਜ਼ਿਮੀਂਦਾਰ ਇੱਥੇ ਤਾਂ ਰੋਂਦਾ ਹੀ ਪਿਆ ਹੈ। ਇਸ ਟਾਈਮ ਤੱਕ ਰੋਣ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ। ਅਗਰ ਵੇਖਿਆ ਜਾਵੇ ਤਾਂ ਜ਼ਿਮੀਂਦਾਰ ਨੂੰ ਉਹਦੀ ਉਹ ਕੀਮਤ ਵੀ ਨਹੀਂ ਮਿਲਦੀ ਅਗਰ ਫਸਲ ਸਹੀ ਵੀ ਹੋਵੇ, ਲੇਕਿਨ ਉਹ ਜਦੋਂ ਹੋਈ ਤਬਾਹ ਜਾਵੇ ਤੇ ਖਰਚਾ ਵੀ ਪੂਰਾ ਨਾ ਹੋਵੇ ਤਾਂ ਉਹਨੇ ਕਿਹਨੂੰ ਦੱਸਣਾ ਹੈ। ਇਹ ਉਹ ਇਲਾਕੇ ਨੇ ਪਿਛਲੇ ਜਿੱਥੇ ਗੌਰਮੈਂਟ ਐਡੇ ਜ਼ਿਆਦਾ ਧਿਆਨ ਵੀ ਨਹੀਂ ਦਿੰਦੀ ਤੇ ਇੱਥੇ ਆਉਂਦੀ ਵੀ ਨਹੀਂ ਤੇ ਇਹਨਾਂ ਦੀ ਮਦਦ ਵੀ ਨਹੀਂ ਕਰਦੀ। ਗੌਰਮੈਂਟ ਮਦਦ ਕਰਦੀ ਪਈ ਜਿਹੜੇ ਸ਼ਹਿਰਾਂ ਵਿੱਚ ਬੈਠੇ ਨੇ, ਜਿਨ੍ਹਾਂ ਦਾ ਉੱਥੇ ਘਰਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਦੀ ਵੀ ਕਰੋ। ਇਹਦੇ ਪਿੱਛੇ ਗੌਰਮੈਂਟ ਦਾ ਹੱਥ ਹੈਗਾ ਕਿ ਥੋੜ੍ਹਾ ਜਿਹਾ ਖਾਦ, ਬੀਜ, ਸਪਰੇ, ਇਹ ਹਰ ਚੀਜ਼ ਦੀ ਕੀਮਤਾਂ ਡਾਊਨ ਕਰਨ ਤੇ ਇਹਦੇ ਨਾਲ ਇਹਨਾਂ ਨੂੰ ਸਬਸਿਡੀ ਦੇਵਣ, ਤਾਂ ਕਿ ਇਹ ਵਿਚਾਰੇ ਆਉਣ ਵਾਲੀ ਫਸਲ ਦਾ ਕਮ ਸੇ ਕਮ ਆਦੀ ਠੀਕ ਕਰ ਸਕਣ। ਆਉਣ ਵਾਲੀ ਫਸਲ ਦੇ ਵਿੱਚ ਕੁਝ ਚੀਜ਼ਾਂ ਲਾ ਸਕਣ, ਜੋ ਵੀ ਅਗਲੀ ਫਸਲ ਆਵੇ ਉਹਦੇ ਵਿੱਚ ਆਪਣੇ ਬੀਜ ਹੋ ਗਿਆ, ਖਾਦ ਹੋ ਗਿਆ, ਸਪਰੇ ਹੋ ਗਿਆ, ਹਰ ਚੀਜ਼ ਇਹਨਾਂ ਨੂੰ ਤੁਸੀਂ ਮੁਹੱਈਆ ਕਰੋ। ਤੁਹਾਨੂੰ ਚਾਹੀਦਾ ਹੈ ਕਿ ਫਿਲਹਾਲ ਅਗਰ ਤੁਹਾਨੂੰ ਐਜ਼ ਅ ਇੰਸਟਾਲਮੈਂਟ 'ਤੇ ਵੀ ਦੇਣੀ ਪਵੇ ਤੁਸੀਂ ਦਿਓ, ਬੈਂਕਾਂ ਦੇ ਥਰੂ ਦਿਓ। ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਜ਼ਿਮੀਂਦਾਰ ਤਬਕੇ ਨੂੰ, ਇਹ ਕਿਸਾਨ ਨੂੰ ਤੁਸੀਂ ਸਬਸਿਡੀ ਦਿਓ। ਹੋਰ ਇਹਨਾਂ ਵਿਚਾਰਿਆਂ ਕੋਲ ਕੋਈ ਜ਼ਰੀਆ ਮਾਸ਼ ਨਹੀਂ ਹੈਗਾ ਹੁਣ, ਕਿਉਂਕਿ ਇਸ ਸਾਲ ਪੂਰੇ ਦੀ ਫਸਲਾਂ ਤਬਾਹ। ਇੱਕ ਸਾਲ ਦੀ ਮਿਹਨਤ ਹੈ, ਕੋਈ 3 ਮਹੀਨੇ ਦੀ 15 ਦਿਨ ਦੀ 10 ਦਿਨਾਂ ਦੀ ਫਸਲ ਨਹੀਂ ਹੈਗੀ, ਇਹ ਪੂਰੇ 1 ਸਾਲ ਦੀ ਫਸਲ ਹੈ। 1 ਸਾਲ ਬਾਅਦ ਇਹ ਤਿਆਰ ਹੁੰਦੀ ਹੈਗੀ। ਜੇ ਉਹੀ ਤਬਾਹ ਹੋਗੀ, ਨਵਾਂ ਸਾਲ, ਪੂਰਾ ਸਾਲ ਕੀ ਕਰਨ ਦੇ? ਪੂਰਾ ਸਾਲ ਕਿੱਥੋਂ ਖਾਣ ਪੀਣ ਦੇ? ਪੂਰਾ ਸਾਲ ਆਪਣਾ ਜ਼ਰੀਆ ਮੁਆਸ਼ ਕਿੱਥੋਂ ਚਲਾਵਣ ਦੇ? ਦੋਨੋਂ ਅਗਰ ਮਜ਼ੀਦ ਉਹਾਣੇ ਕਿ ਕੀ ਤਬਾਹਕਾਰੀ ਹੈ ਉਹਨੇ, ਤੇ ਪਾਣੀ ਕਿੱਥੇ ਕਿੱਥੇ ਹਾਲੇ ਵੀ ਖੜਾ ਹੈਗਾ, ਉੱਥੇ ਵੀ ਧਿਆਨ ਦਿੰਦੇ ਹਾਂ। ਡਿੱਬ ਐਡੀ ਹੁੰਦੀ ਆਮ ਦਿਨਾਂ ਦੇ ਵਿੱਚ, ਤੇ ਤੁਸੀਂ ਆ ਵੇਖ ਸਕਦੇ ਜੋ ਜਿਹੜੀ ਮੁਕੰਮਲ ਮਿੱਟੀ ਦੇ ਵਿੱਚ ਧੰਸ ਗਈ ਹੈਗੀ, ਮੁਕੰਮਲ ਵਿੱਚ ਨੱਪੀ ਗਈ ਹੈਗੀ, ਤੇ ਇਹਦਾ ਮਤਲਬ ਕਿ ਕਮ ਸੇ ਕਮ ਇੰਨੀ ਮਿੱਟੀ ਥੱਲੇ ਹੈਗੀ ਹੈ ਜਿਹੜੀ ਟੋਟਲ ਪਾਣੀ ਦੇ ਨਾਲ ਲੰਮੀ ਪੈ ਗਈ। ਤੇ ਇੱਕ ਆਮ ਫਸਲ ਜਿਹੜੀ ਛੋਟੀ ਹੁੰਦੀ 2 ਫੁੱਟ ਦੀ, 1.5 ਫੁੱਟ ਦੀ, ਉਹਦਾ ਤੇ ਕੀ ਹਾਲ ਹੋਇਆ ਹੋਵੇਗਾ। ਤੇ ਹੋਰ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਹੈਗੇ ਨੇ, ਇਹਨਾਂ ਨਾਲ ਗੱਲ ਕਰਨੇ ਆ ਤੇ ਮਜ਼ੀਦ ਕੀ ਨੁਕਸਾਨ ਹੋਇਆ ਹੈ। ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਕੀ ਨਾਮ ਹੈ ਆਪਣਾ? ਸਮਰ ਅब्बास। ਅੱਛਾ, ਤੁਸੀਂ ਕਾਸ਼ਤ ਕੀਤੀ ਵੀ? ਹਾਂਜੀ, ਕਾਸ਼ਤ ਕੀਤੀ। ਕਿੰਨੀ ਤੁਹਾਡੀ ਆਦੀ ਜ਼ਮੀਨ? ਤਕਰੀਬਨ ਇੱਥੇ 10 ਏਕੜ ਜਿਹੜੀ ਹੈ ਸਾਹਮਣੇ ਨਾ ਠੇਕੇ ਤੇ ਲਈ ਹੋਈ ਸੀ। ਠੇਕੇ ਤੇ ਲਾਇਆ। ਠੇਕਾ ਕੀ ਚੱਲਦਾ ਪਿਆ? ਠੇਕਾ ਲੱਖ ਰੁਪਏ ਚੱਲਦਾ ਪਿਆ। ਲੱਖ ਮਤਲਬ ਕਿ 10 ਲੱਖ ਰੁਪਇਆ ਦੇ ਕੇ ਉਸ ਬੰਦੇ 10 ਏਕੜ ਜ਼ਮੀਨ ਲਈਏ ਤੇ ਉਸ 10 ਏਕੜ ਪੂਰੀ 10 ਲੱਖ ਰੁਪਇਆ ਕਿਤੇ ਪਾਣੀ ਫੇਰ ਗਿਆ। ਉਹਦੇ ਤੋਂ ਇਲਾਵਾ ਜਿਹੜਾ ਉੱਤੇ ਖਰਚਾ ਹੋਇਆ ਉਹਨੇ, ਉਹ ਕਿੰਨਾ ਖਰਚਾ? ਫੀ ਏਕੜ ਤੇ 80,000 ਲੱਖ ਹੋ ਜਾਂਦਾ ਜੀ ਤਕਰੀਬਨ। ਫੀ ਹੋ ਚੁੱਕਿਆ ਹੈ ਮੌਜੂਦਾ, ਯਾਨੀ ਜਿਹੜੇ ਹੁਣ ਫਸਲ ਤਿਆਰ ਆਈ। ਹੁਣ ਤੁਹਾਨੂੰ ਆਪ ਨੂੰ ਜਿਵੇਂ ਕਿ ਪਤਾ ਹੈ ਪਹਿਲੇ ਦਿਨਾਂ 'ਚ ਗੰਦਮ ਨੂੰ ਸਹੀ ਰੇਟ ਨਹੀਂ ਲੱਗਾ। ਹੁਣ ਦਾਜ ਬੀਜਿਆ ਉਹਦੇ ਤੇ ਉਮੀਦ ਸੀਗੇ ਕਿ ਅੱਛਾ ਹੋ ਜਾਊਗਾ, ਚਲੋ ਪਿਛਲੀ ਜਿਹੜੀ ਹੈ ਨਾ ਉਹ ਕਮੀ ਨੂੰ ਪੂਰਾ ਕਰ ਜੋ, ਲੇਕਿਨ ਜੋ ਮਨਜ਼ੂਰ ਸੀ ਉਤੋਂ ਸੈਲਾਬ ਆਇਆ, ਉਹ ਸਾਰੀਆਂ ਫਸਲਾਂ ਤਬਾਹ ਹੋ ਗਈਆਂ। ਉਹ ਪਹਿਲਾਂ ਹੀ ਕਿਸਾਨ ਦੀ ਕਮਰ ਟੁੱਟੀ ਪਈ ਸੀ, ਉਤੋਂ ਰਹਿੰਦੀ ਕਸਰ ਜਿਹੜੀ ਉਹ ਸੈਲਾਬ ਨੇ ਕੱਢ ਦਿੱਤੀ। ਤੇ ਕੋਈ ਗੌਰਮੈਂਟ ਨੂੰ ਕੀ ਅਪੀਲ ਕਰੋਗੇ? ਗੌਰਮੈਂਟ ਦੀ ਅਪੀਲ ਹੈ ਕਿ ਸਬਸਿਡੀ ਦਿੱਤੀਆਂ ਜਾਵਣ ਤੇ ਚੀਜ਼ਾਂ ਸਸਤੀਆਂ ਕੀਤੀਆਂ ਜਾਵਣ। ਘੱਟ ਤੋਂ ਘੱਟ ਇਹ ਨਹੀਂ ਵੀ ਅਸੀਂ ਜਿਤਨੇ ਹੀ ਗਰੀਬ ਲੋਕ ਹਨ ਉਹਨਾਂ ਵਾਸਤੇ ਆਸਾਨ ਚੀਜ਼ਾਂ ਲਿਆਂਦੀਆਂ ਜਾਵਣ ਅੱਗਾਂ, ਤੇ ਕਿਸਾਨਾਂ ਵਾਸਤੇ ਫਾਇਦਾ ਕੀਤਾ ਜਾਵੇ। ਜੋ ਪਹਿਲੇ ਤਾਂ ਹੋ ਚੁੱਕਿਆ ਜੋ ਕੁਦਰਤੀ ਆਫਤ, ਲੇਕਿਨ ਗੌਰਮੈਂਟ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ। ਮਹਿਕਮਾ ਜ਼ਰਾਅਤ ਵਾਲੇ ਆਏ ਨੇ ਇੱਥੇ? ਨਹੀਂ, ਇੱਥੇ ਕੋਈ ਮਹਿਕਮਾ ਨਹੀਂ ਆਇਆ। ਅੱਜ 10 ਦਿਨ ਹੋ ਗਏ, ਯਾਨੀ ਨਾ ਕੋਈ ਇਦਾਰੇ ਆਣ, ਗੌਰਮੈਂਟ ਦਾ ਕੋਈ ਇਦਾਰਾ ਹੀ ਨਹੀਂ ਪਹੁੰਚਿਆ। ਆਪਣੀ ਮਦਦ ਆਪ ਦੇ ਤਹਿਤ ਹੀ ਜੋ ਇੱਥੇ ਲੋਕ ਆਣ ਉਹਨਾਂ ਆਪ ਦਾ ਯਾਨੀ ਆਪ ਦਾ ਸਮਾਨ ਕੋਈ ਯਾਨੀ ਇੱਥੋਂ ਨਕਲ ਮਕਾਨੀ ਕੀਤੀ ਹੈ, ਜੋ ਕੀਤਾ ਹੈ ਆਪਣੀ ਮਦਦ ਆਪ ਤਹਿਤ ਕੀਤਾ, ਲੇਕਿਨ ਗੌਰਮੈਂਟ ਦਾ ਕੋਈ ਇਦਾਰਾ ਨਾ ਮਹਿਕਮਾ ਇੱਥੇ ਪਹੁੰਚਿਆ ਹੁਣ ਤੱਕ। ਭਾਈ ਦੀ ਤੁਸੀਂ ਆਵਾਜ਼ ਦੇ ਵਿੱਚ ਉਹ ਦਰਦ ਮਹਿਸੂਸ ਕਰ ਹੀ ਸਕਦੇ ਹੋ ਕਿ ਜੋ ਮਹਿਸੂਸ ਕਰਦੇ ਪਏ ਗਏ ਨੇ ਕਿ ਇੱਕ ਤਾਂ ਠੇਕੇ ਤੇ ਜ਼ਮੀਨ ਲਈ, ਠੇਕੇ ਤੇ ਲੈਣ ਤੋਂ ਬਾਅਦ ਉਹਦੇ ਉੱਤੇ ਮਜ਼ੀਦ ਖਰਚਾ ਕੀਤਾ, ਫਸਲ ਤਿਆਰ ਕੀਤੀ, ਉਹਦੇ ਨਾਲ ਖਰਚੇ ਤੋਂ ਇਲਾਵਾ ਜਿਹੜਾ ਦਿਨ ਰਾਤ ਉੱਤੇ ਪਾਣੀ ਦੇਣਾ, ਖਾਦ, ਸਪਰੇ, ਮਿਹਨਤ ਕਰਨੀ, ਇਹ ਵੀ ਬੜੀ ਹੁੰਦੀ ਹੈ। ਬਿਲਕੁਲ ਜੀ। ਹੁਣ ਇਹ ਹੈ ਨਾ, ਅਗਰ ਇਹ ਕਿਸਾਨ ਨੂੰ ਤਾਂ ਇੱਕ ਉਮੀਦ ਹੁੰਦੀ ਹੈ ਅਗਰ ਫਸਲ ਅੱਛੀ ਹੋਵੇ ਤਾਂ ਘਰ-ਬਾਰ ਚਲਾਣੇ ਹੁੰਦੇ ਨੇ, ਯਾਨੀ ਬੱਚਿਆਂ ਦੀ ਸ਼ਾਦੀਆਂ ਕਰਨੀਆਂ ਅੱਗਾਂ ਪਿੱਛਾਂ 100 ਮਾਮਲਾਤ ਉਹਨੇ ਕਰਜ਼ੇ ਚੱਕ ਕੇ ਤੇ ਫਸਲਾਂ ਤੇ ਕਰਦੇ ਨੇ। ਜਦੋਂ ਹੁੰਦੀਆਂ ਤੇ ਉਹਨਾਂ ਤੇ ਉਮੀਦ ਹੁੰਦੀ ਹੈ ਕਿ ਚਲੋ ਵੇਚ ਕੇ ਤੇ ਚਲੋ ਮਸਲੇ ਹੱਲ ਕਰ ਲੈਣ। ਕਰਜ਼ੇ ਲੈ ਕੇ ਤੁਸੀਂ ਗੱਡੀ? ਹਾਂ, ਕਰਜ਼ੇ ਯਾਨੀ ਹੁਣ ਬਾਅਦ ਜੋ ਪਹਿਲੀ ਕਣਕ ਕੋਈ ਅੱਛੀ ਐਡੀ ਨਹੀਂ ਹੋਈ, ਉਸ ਦੇ ਕਰਜ਼ੇ ਬਾਅਦ ਕਾ ਚਵੇਂ ਹੋਏ ਆਣ ਤੇ ਹੁਣ ਦਾਜ ਬੀਜਿਆ ਕਰਜ਼ੇ ਚੱਕ ਕੇ, ਕਿਉਂਕਿ ਕਣਕ ਨੂੰ ਤਾਂ ਰੇਟ ਲੱਗਾ ਕੋਈ ਨਹੀਂ। ਅਗਰ ਕਣਕ ਨੂੰ ਰੇਟ ਲੱਗਦਾ ਤੇ ਮੁੜ ਜਾ ਕੇ ਕੋਈ ਮਸੇ ਹਿਸਾਬ ਸਿੱਧਾ ਹੋਇਆ, ਲੇਕਿਨ ਉਹ ਨਹੀਂ ਹੋਇਆ। ਹੁਣ ਇਹ ਉਮੀਦ ਸੀ ਦਾਜ ਤੇ ਉਹ ਹੀ ਬਰਬਾਦ। ਸਭ ਤੋਂ ਹਾਰਡ ਫਸਲ ਹੁੰਦੀ ਕਮਾਨ ਦੀ, ਉਹ ਹੀ ਵੇਖ ਸਕਦੇ ਹੋ ਇਸ ਸੈਲਾਬ ਦੀ ਵਜ੍ਹਾ ਤੋਂ ਉਹ ਹੀ ਬਿਲਕੁਲ ਬਰਬਾਦ ਨਕਾਰਾ ਹੋ ਚੁੱਕੀ ਹੈ।
ਔਰ ਅਗਲੀ ਕਿਹੜੀ ਫਸਲ ਆਣੀ ਸੀ? ਅਗਲੀ ਫਸਲ ਆਣੀ ਹੈ ਜੀ ਕਪਾਸ, ਇਸ ਤੋਂ ਬਾਅਦ ਹਾਂਜੀ ਕਣਕ। ਤੇ ਉਹ ਹੁਣ ਉਹ ਮੇਰਾ ਖਿਆਲ ਉਹਨੂੰ ਤੇ ਬਹੁਤ ਮਿਹਨਤ ਹੋਣੀ ਪਈ। ਜਿਸ ਤਰ੍ਹਾਂ ਫਸਲ ਹੋ ਚੁੱਕੀ ਹੈ ਵੇਖ ਸਕਦੇ ਹਾਂ, ਜ਼ਮੀਨਾਂ ਦਾ ਹਾਲ ਬਿਲਕੁਲ ਹੀ ਨਕਾਰਾ ਹੋ ਚੁੱਕੀਆਂ। ਇਸ ਤੇ ਹੋਰ 6 ਮਹੀਨੇ ਹੋ ਫਸਲ ਕੋਈ ਵਿਕਾਸ ਨਹੀਂ ਹੋ ਸਕਦੀ। ਮਤਲਬ ਤੁਹਾਡਾ 1.5 ਸਾਲ ਦਾ ਠੇਕਾ ਤੇ ਗਿਆ, ਹਾਂਜੀ ਇਹ ਗਿਆ ਬਿਲਕੁਲ ਹੀ ਨਾ। ਕਿਉਂਕਿ ਜ਼ਿਮੀਂਦਾਰ ਦਾ ਠੇਕਾ ਨਹੀਂ ਛੱਡਣਾ, ਉਹਨਾਂ ਦਾ ਤਾਂ ਪ੍ਰੋਪਰ ਲੈਣਾ। ਇਹ ਅਸਮ ਗਵਰਨਮੈਂਟ ਦੀ ਮਰਜ਼ੀ ਹੈ ਜਾਂ ਕਹਿ ਲਓ ਕਿ ਫਰਜ਼ ਹੈ, ਮਰਜ਼ੀ ਨਹੀਂ ਫਰਜ਼ ਹੈਗਾ ਕਿ ਇਹਨਾਂ ਦੀ ਆ ਕੇ ਥੋੜੀ ਜੀ ਮਾਲੀ ਮਦਦ ਕੀਤੀ ਜਾਵੇ। ਉਸ ਤੋਂ ਬਾਅਦ ਇਹ ਮਿੱਟੀ ਨੂੰ ਹਟਾਉਣ ਤੇ ਇਹਨਾਂ ਦੀ ਮਦਦ ਕੀਤੀ ਜਾਵੇ। ਸਾਡੇ ਨਾਲ ਇੱਕ ਹੋਰ ਸ਼ਹਿਰੀ ਮੌਜੂਦ ਹੈਗੇ ਨੇ, ਇਹਨਾਂ ਕੋਲੋਂ ਪੁੱਛਣੇ। ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਅੱਛਾ ਮੈਨੂੰ ਇਹ ਦੱਸੋ, ਜਿਹੜਾ ਆ ਪਿੱਛੇ ਪਾਣੀ ਖੜਾ ਹੈ, ਇਹ ਹਾਲੇ ਵੀ ਤੇ ਫਸਲਾਂ ਸਨ? ਹਾਂਜੀ ਇੱਥੇ ਹੀ ਫਸਲਾਂ ਆ ਗਈਆਂ ਸੀ, ਪਾਣੀ ਅਜੇ ਚੱਲਦਾ ਪਿਆ, ਬੁੱਢਾ ਬਣਾ ਲਈਆਂ ਉਹਨੇ, ਹੁਣੇ ਤਾਂ ਬੇਕਾਰ ਹੋ ਗਏ। ਪਾਣੀ ਸੁੱਕੇਗਾ ਤੇ ਫਸਲ ਕੱਢੀ ਹੋਏਗੀ। ਤੇ ਮਤਲਬ 6 ਮਹੀਨੇ ਸਾਲ ਤੱਕ ਤਾਂ ਗਿਆ? ਨਹੀਂ ਜੀ ਜ਼ਿਆਦਾ ਦੇਰ ਹੋ ਸਕਦੀ ਹੈ, 2 ਸਾਲ ਵੀ ਲੱਗ ਸਕਦੇ ਨੇ, ਪਾਣੀ ਬਹੁਤ ਜ਼ਿਆਦਾ। 2 ਸਾਲ ਮਤਲਬ 2 ਸਾਲ ਦਾ ਠੇਕਾ ਵੀ ਗਿਆ, 2 ਸਾਲ ਦੀ ਮਿਹਨਤ ਵੀ ਗਈ, ਸਭ ਕੁਝ ਘਰ ਬੈਠੇ ਕੀ ਕਰਨ ਦੇ? ਕਰਜ਼ੇ ਲੈ ਤੇ ਗੱਡੀ ਸੀ? ਹਾਂਜੀ ਕਰਜ਼ੇ ਲਾ ਕੇ ਗੱਡੇ, ਖਾਦ ਕਿਸੇ ਕੋਲ ਚਾਹੀ, ਸਪਰੇਅ ਕਿਸੇ ਕੋਲ ਚਾਹਿਆ, ਇਸੇ ਤਰ੍ਹਾਂ ਕਰਜ਼ਾ ਚਾਹ ਕੇ ਉਹ ਮਿਹਨਤ ਕੀ ਕਰਕੇ ਤੇ ਮਿਹਨਤ ਹੀ ਸਾਡੀ ਗਈ ਹੁੰਦੀ। ਫਸਲ ਹੋਈ ਵਾਈ ਚਲੀ ਗਈ। ਹੁਣ ਇੱਥੇ 2 ਸਾਲ 3 ਸਾਲ ਨਹੀਂ ਹੋ ਸਕਦਾ ਕਿਉਂਕਿ ਬੁੱਢ ਬਣ ਗਏ। ਤੇ ਕੋਈ ਗਵਰਨਮੈਂਟ ਐਸਾ ਕੋਈ ਕੰਮ ਕਰੇ ਦੀ ਕਿ ਫਸਲ ਜਲਦੀ ਹੋ ਜਾਵੇ? ਹਾਂਜੀ ਗਵਰਨਮੈਂਟ ਕੋਈ ਕਰੇ ਹੈਲਪ ਤਾਂ ਹੀ ਹੈ ਨਾ। ਚਲੋ ਠੇਕੇ ਵਾਲੇ ਜਿਹੜੇ ਨੇ ਉਹਨਾਂ ਨੂੰ ਮੁਤਮਿਨ ਕਰਨ ਬਈ ਯਾਰ ਤਾਂ ਨਹੀਂ ਤੇ ਬੈਂਕਾਂ ਕੋਲੋਂ ਜਾਂ ਕਿਸੇ ਕੋਲੋਂ ਕਰਜ਼ੇ ਲੈਣੇ ਹਾਂਜੀ ਤੇ ਉਹਦਾ ਕਿ ਥੋੜਾ ਕਰਜ਼ਾ ਅਦਾ ਕਰਦੇ ਨੇ ਤੇ ਫਿਰ ਪ੍ਰਾਈਵੇਟ ਹੈ ਜਿਹਨਾਂ ਦੀ ਆਪਾਂ ਕਰਜ਼ਾ ਲਿਆ ਨਾ, ਉਹ ਗਵਰਨਮੈਂਟ ਤਾਂ ਨਹੀਂ ਹੈ ਜਿਹੜਾ ਬਾਈ ਹੋਵੇ। ਉਹ ਗਵਰਨਮੈਂਟ ਮਦਦ ਕਰੇ ਸਾਡੀ ਤੇ ਅਸੀਂ ਉਹਨਾਂ ਪਾਣੀ ਤੇ ਬਿਜਲੀ ਦੇ ਬਿੱਲ ਤਾਂ ਹੋਣ ਦੇਣਾ। ਹਾਂਜੀ ਡੰਗਰ ਵੇਚ ਤੇ ਮਾਲ ਮਵੇਸ਼ੀ ਵੇਚ ਤੇ ਉਹਨਾਂ ਖਾਸ ਸਪਰੇ ਲਿਆ, ਕਿਹੜੇ ਸ਼ੌਕ ਨਾਲ ਗੱਡੀ ਹੋਵੇ ਦੀ ਕੀ ਉਮੀਦ ਸੀ ਤੁਹਾਨੂੰ? ਉਮੀਦ ਸੀਗੀ ਅੱਲਾਹ ਤਾਲਾ ਤੇ ਅੱਲਾਹ ਤਾਲਾ ਫਸਲ ਬਿਹਤਰ ਕਰੇਗਾ। ਆਹੋ ਦੁਬਾਰਾ ਲਵਾਂਗੇ ਜੀ ਹਾਂ ਤੇ ਸਾਰੀ ਉਮੀਦ ਤੁਹਾਨੂੰ, ਜਿਹਨੂੰ ਕਹਿ ਦੋ ਉਮੀਦ ਤੇ ਪਾਣੀ ਫੇਰਨਾ ਤੇ ਸੱਚੀ ਪਾਣੀ ਫੇਰ ਗਏ। ਜੀ ਹਾਂ ਬਿਲਕੁਲ ਪਾਣੀ ਫਿਰ ਗਏ। ਕੀ ਅਪੀਲ ਕਰਨਾ ਚਾਹਦੇ ਗਵਰਨਮੈਂਟ ਨੂੰ? ਤੁਹਾਨੂੰ ਲੱਗਦਾ ਹੈ ਗਵਰਨਮੈਂਟ ਆ ਕੇ ਤੁਹਾਡੀ ਇੱਥੇ ਮਦਦ ਕਰੇਗੀ? ਨਹੀਂ ਇਹ ਤੁਸੀਂ ਮਾਯੂਸੀ ਦਾ ਆਲਮ ਵੇਖ ਸਕਦੇ ਜੋ ਕਹਦੇ ਕਿ ਸਾਨੂੰ ਉਮੀਦ ਹੀ ਕੋਨੇ ਕਿ ਗਵਰਨਮੈਂਟ ਇੱਥੇ ਆਵੇ ਦੀ। ਇੱਕ ਅਗਰ ਪਿਛਲੀ ਗੱਲ ਕੀਤੀ ਜਾਵੇ ਕਿ ਬਿਲਕੁਲ ਲਾਹੌਰ, ਮੁਲਤਾਨ ਜਿੰਨੇ ਵੀ ਸ਼ਹਿਰਾਂ ਵੱਡਿਆਂ 'ਚ ਆਏ ਅਗਰ ਉੱਥੇ ਤੁਸੀਂ ਜਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਜੋ ਕੰਮ ਕਰ ਰਹੇ ਜੋ ਵਜ਼ੀਰ ਆਲਾ ਸਾਹਿਬਾ, ਉਸੇ ਤਰ੍ਹਾਂ ਇਹ ਪਿਛਾਂ ਪਿੰਡਾਂ ਵਿੱਚ ਵੀ ਆਓ। ਇੱਥੇ ਜ਼ਿਆਦਾ ਬੁਰੇ ਹਾਲਾਤ ਨੇ। ਉੱਥੇ ਲੋਕ ਮੇਰੇ ਹੁਣ ਆਹਿਸਤਾ ਆਹਿਸਤਾ ਅੱਲਾ ਕੀਤਾ ਸ਼ੁਕਰ ਅਲਹਮਦੁਲਿਲਾ ਕਹਿੰਦੇ ਘਰਾਂ ਨੂੰ ਰਵਾਨਾ ਹੋ ਗਏ ਨੇ, ਦੁਬਾਰਾ ਮੇਨਟੇਨੈਂਸ ਕੀਤੀ ਜਾ ਰਹੀ ਹੈ। ਲੇਕਿਨ ਇਹ ਉਹ ਇਲਾਕੇ ਨੇ ਜਿੱਥੇ 6 ਮਹੀਨੇ ਸਾਲ 1.5 ਸਾਲ 2 ਸਾਲ ਕੋਈ ਪਤਾ ਨਹੀਂ ਦੁਬਾਰਾ ਫਸਲ ਕਿਵੇਂ ਆਵੇ ਦੀ। ਇਹ ਪਿਛਾ ਤੁਸੀਂ ਵੇਖ ਸਕਦੇ ਜੋ ਇਹ ਹਾਲੇ ਪਾਣੀ ਖੜਾ ਹੋਇਆ, ਇਸ ਪਾਣੀ ਕੋਈ ਪਤਾ ਨਹੀਂ ਕਦੋਂ ਨਿਕਲੇ। ਉਹ ਕਹਿ ਰਿਹਾ ਭਾਈ ਕਹਿ ਰਹੇ ਸੀ 1.5 ਸਾਲ ਲੱਗ ਸਕਦਾ, ਸਾਲ ਲੱਗ ਸਕਦਾ, ਕੋਈ ਪਤਾ ਨਹੀਂ। ਹੁਣ ਇਹ ਤਾਂ ਜ਼ਮੀਨ ਗਈ ਜਿਨ੍ਹਾਂ ਠੇਕੇ ਤੇ ਲਈ ਸੀ, ਜਿਨ੍ਹਾਂ ਦੀ ਆਦੀ ਜ਼ਮੀਨ ਹੈ, ਕਰਜ਼ੇ ਲੈ ਕੇ ਮਾਲ ਮਵੇਸ਼ੀ ਲੈ ਕੇ ਹਰ ਚੀਜ਼ ਲੈ ਕੇ ਇਹਨਾਂ ਇੱਥੇ ਜ਼ਮੀਨ ਗੱਡੀ ਮਿਹਨਤ ਦੇ ਨਾਲ। ਜਿਹਨੇ ਮਵੇਸ਼ੀ ਵੇਚੇ ਸੀ ਉਹਨੇ ਸੋਚਿਆ ਕਿ ਦੁਬਾਰਾ ਫਸਲ ਚਾਵਾਂ ਦੇ ਡਬਲ ਮਵੇਸ਼ੀ ਲਵਾਂਦੇ। ਇਹ ਸੋਚਦੇ ਨੇ ਕਿਸੇ ਨੇ ਬੱਚਿਆਂ ਦੀ ਸ਼ਾਦੀ ਕਰਨੀ ਹੈ, ਕਿਸੇ ਨੇ ਕੋਈ ਕੰਮ ਕਰਨਾ ਹੈ, ਇਹ ਇਹਦੇ ਤੇ ਹਸਾਰ ਕਰਦਾ ਸੀ। ਇਹ ਇੱਕ ਹੋਰ ਤਬਾਹੀ ਦਾ ਹਾਲ, ਇੱਕ ਹੋਰ ਤਬਾਹੀ ਦਾ ਮੰਜ਼ਰ ਤੁਹਾਨੂੰ ਵਿਖਾ ਦੇਵਾਂ। ਇਹ ਬਾਜਰਾ ਖਤਮ, ਤਬਾਹ, ਨਿਸਤੋ ਨਾਬੂਦ ਹੋ ਚੁੱਕੇ। ਜੋ ਵੀ ਅਲਫਾਜ਼ ਦਾ ਕੀਤੇ ਜਾਣ ਘੱਟ ਹੈਗੇ ਨੇ। ਇਹ ਤਬਾਹੀ ਦਾ ਆਲਮ ਹੈਗਾ। ਤੇ ਇੱਕ ਭਾਈ ਸਾਡੇ ਨਾਲ ਖੜੇ ਨੇ, ਇਹਨਾਂ ਪਹਿਲੇ ਵੀ ਸਾਡੇ ਨਾਲ ਗੱਲ ਕੀਤੀ ਥੋੜ੍ਹੇ ਜ਼ੋਰ, ਕਿਉਂਕਿ ਇਹ ਵੀ ਉਹਨਾਂ ਦੀ ਹੈ ਜ਼ਮੀਨ ਤੇ ਇਹਨਾਂ ਕੋਲੋਂ ਪੁੱਛਣੇ ਕਿ ਇਹਨਾਂ ਨੇ ਇਹਦੇ 'ਤੇ ਕਿੰਨਾ ਖਰਚਾ ਹੋਇਆ ਹੈ। ਅੱਛਾ ਮੈਨੂੰ ਇਹ ਦੱਸਿਆ ਜੋ ਕਿ ਇਸ ਜਿਹੜੀ ਤੁਹਾਡੀ ਫਸਲ ਹੈ ਇਹਦੇ 'ਤੇ ਕਿੰਨਾ ਖਰਚਾ ਹੋ ਗਿਆ? ਇਹਦੇ ਤਕਰੀਬਨ 50-60 ਹਜ਼ਾਰ ਇਹਦੇ ਫੀ ਏਕੜ ਤੇ ਹੋ ਜਾਂਦਾ, ਕਿਉਂਕਿ ਪੱਠੇ ਹੁੰਦੇ ਨੇ ਮਾਲ ਵਾਸਤੇ, ਚਾਰੇ ਵਾਸਤੇ ਇਸਤੇਮਾਲ ਹੁੰਦੇ ਨੇ। ਤੇ ਹੁਣ ਮਾਲ ਨੂੰ ਕੀ ਪਾ ਰਿਹਾ ਜੀ? ਹੁਣ ਮਾਲ ਨੂੰ ਬੜੀ ਮੁਸ਼ਕਿਲ ਨਾਲ ਯਾਨੀ ਤੂੜੀ ਵਗੈਰਾ ਹੀ ਉੱਤੋਂ ਯਾਨੀ ਉਤਲੇ ਪਿੰਡਾਂ ਜਾ ਕੇ ਜਿੱਥੋਂ ਬੜੀ ਮੁਸ਼ਕਿਲ ਨਾਲ ਜਿਹੜੀ ਅੱਗੇ 10,000 ਰੁਪਏ ਦੀ ਇੱਕ ਕਨਾਲ ਮਿਲਦੀ ਸੀ ਨਾ, ਉਹ ਤਕਰੀਬਨ 20,000-30,000 ਰੁਪਏ ਦੀ ਹੁਣ ਉਹੀ ਲੋਕ ਦੇ ਰਹਿਣ ਉਤਲੀ ਸਾਈਡ ਤੇ ਬੜੀ ਮੁਸ਼ਕਿਲ ਹੋ ਰਹੀ। ਸਭ ਤੋਂ ਜ਼ਿਆਦਾ ਅਗਰ ਆਪ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਤਾਂ ਐਡੀ ਮੁਸ਼ਕਿਲ ਕੋਈ ਨਹੀਂ, ਲੇਕਿਨ ਜਿਹੜੀ ਸਭ ਤੋਂ ਮੁਸ਼ਕਿਲ ਫਿਲਹਾਲ ਬਣ ਰਹੀ ਹੈ ਉਹ ਮਾਲ ਦੀ ਬਣ ਰਹੀ ਹੈ, ਜਾਨਵਰਾਂ ਦੇ ਯਾਨੀ ਚਾਰੇ ਦੀ ਬਣ ਰਹੀ ਹੈ। ਉਹ ਬਹੁਤ ਮੁਸ਼ਕਿਲ ਅਗਰ ਕਿਸੇ ਵੇਲੇ ਹੈ ਵੀ ਸਹੀ ਤਾਂ ਉਹ ਬਹੁਤ ਮਹਿੰਗਾ ਕਰਕੇ ਜਿਹੜੇ ਅੱਗੇ 10,000 ਦੀ ਚੀਜ਼ ਸੀ ਹੁਣ 20,000-30,000 ਰੁਪਏ ਦੀ ਦੇ ਰਹੇ। ਬੜੀ ਇੰਪੋਰਟੈਂਟ ਜੀ ਗੱਲ ਉਹਨਾਂ ਕੀਤੀ ਹੈ ਕਿ ਜ਼ਿਮੀਂਦਾਰਾਂ ਦਾ ਤਾਂ ਨੁਕਸਾਨ ਹੋਇਆ ਹੈ, ਨਾਲ ਮਾਲ ਮਵੇਸ਼ੀ ਦਾ ਜਿਹੜਾ ਚਾਰਾ ਹੈ ਨਾ ਉਹਦਾ ਬੜਾ ਨੁਕਸਾਨ ਹੋਇਆ। ਉਹ ਕਹਿ ਰਿਹਾ ਬੜੀ ਦੂਰੋਂ ਜਾ ਕੇ ਸਾਨੂੰ ਤੂੜੀ ਲੱਭਣੀ ਪੈਂਦੀ, ਹਾਲਾਂਕਿ ਤੂੜੀ ਮਾਲ ਐਡੀ ਜਲਦੀ ਖਾਂਦਾ ਵੀ ਨਹੀਂ ਹੈਗਾ, ਲੇਕਿਨ ਮਜਬੂਰੀ ਹੈ ਕਿਉਂਕਿ ਇਹ ਫਸਲਾਂ ਹੋ ਗਈਆਂ ਨੇ ਤਬਾਹ। ਅੱਛਾ ਹੋਰ ਮਜ਼ੀਦ ਕੀ ਮੁਸ਼ਕਲਾਤ ਆਈਆਂ ਤੁਹਾਡੇ? ਮੁਸ਼ਕਲਾਤ ਬਹੁਤ ਆਈਆਂ ਨੇ, ਇਵੇਂ ਸਮਝ ਲਓ ਹੁਣ ਫਸਲਾਂ ਤੋਂ ਉਮੀਦ ਆਈ ਫਸਲਾਂ ਅੱਛੀਆਂ ਉਸ ਸਨ ਤੇ ਕੋਈ ਸਾਡੇ ਬਾਰੇ ਸੁਚੇ ਸਨ ਵਾਲਿदैन ਸ਼ਾਦੀ ਵਗੈਰਾ ਕਰਨੀ ਆਏ, ਲੇਕਿਨ ਹੁਣ ਫਸਲਾਂ ਤਾਂ ਸਾਰੀਆਂ ਬਰਬਾਦ ਹੋ ਚੁੱਕੀਆਂ। ਹੁਣ ਤਾਂ ਅੱਲਾ ਤੇ ਉਮੀਦ ਹੈ ਵੀ ਹੁਣ ਜਿਹੜਾ ਹੈ ਕਿੰਨੀ ਕੁ ਲੇਟ ਹੋ ਗਈ ਸ਼ਾਦੀ? ਹੁਣ ਜੇ ਫਸਲਾਂ ਜਿੱਥੇ ਤਾਈਂ ਨਾ ਸੈੱਟ ਹੋ ਸਨ ਤਕਰੀਬਨ 2 ਸਾਲ ਫਿਰ ਲੇਟ ਹੋ ਗਈ। ਬੜੇ ਦੁੱਖ ਵਾਲੀ ਗੱਲ ਹੈ।
ਹੋਰ ਦੁੱਖ ਵਾਲੀ ਸਾਡੇ ਵਾਸਤੇ ਗੱਲ ਹੈ। ਇਦੋਂ ਫਸਲਾਂ ਬਰਬਾਦ ਹੋ ਗਈਆਂ, ਸਾਰਾ ਕੁਝ। ਇਹਦੇ 'ਚ ਗਵਰਨਮੈਂਟ ਤੁਹਾਡੀ ਮਦਦ ਨਹੀਂ ਕਰ ਸਕਦੀ। ਮਦਦ ਗਵਰਨਮੈਂਟ ਸਬਸਿਡੀ ਤਾਂ ਦੇ ਸਕਦੀ ਹੈ, ਚਲੋ ਜਲਦੀ ਫਸਲਾਂ ਹੋਣ ਤਾਂ ਕੋਈ ਨਹੀਂ, ਸ਼ਾਦੀ ਤਾਂ ਤੁਹਾਨੂੰ ਆਪ ਹੀ ਕਰਨੀ ਹੈ। ਮਾਲੀ ਹਾਲਾਤ ਸਹੀ ਹੋ ਸਨ ਤਾਂ ਸ਼ਾਦੀ ਹੋ ਸੀ। ਮਾਲੀ ਹਾਲਾਤ ਸਹੀ ਹੋ ਸਨ। ਇਹ ਵੀ ਇੱਕ ਭਾਈ ਦਾ ਬੜਾ ਵੱਡਾ ਇੱਕ ਦੁੱਖ ਹੈਗਾ ਕਿ ਉਹਦੀ ਸ਼ਾਦੀ ਤੈਅ ਸੀ, ਲੇਕਿਨ ਸਲਾਬ ਦੀ ਵਜ੍ਹਾ ਤੋਂ ਕੋਈ ਸ਼ਾਦੀ ਕੁਝ 6 ਮਹੀਨੇ ਸਾਲ ਅਗਾਂਹ ਚਲੀ ਗਈ, ਦੁਬਾਰਾ ਸੈੱਟ ਹੋਣ ਦੇ। ਉਦੋਂ ਇਸ ਦੁੱਖ ਵਿੱਚ ਅਸੀਂ ਬਰਾਬਰ ਦੇ ਸ਼ਰੀਕ ਹੈਗੇ ਹਾਂ ਤੇ ਅੱਲਾ ਤੁਹਾਡੀ ਸ਼ਾਦੀ ਜਲਦੀ ਕਰੇ। ਇਹ ਜਿਹੜੀ ਫਸਲ ਹੈ ਇਹ ਮੱਕੀ ਦੀ ਫਸਲ ਹੈਗੀ ਹੈ। ਇਹ ਵੀ ਬੜੀ ਮਿਹਨਤ ਦੇ ਨਾਲ, ਬੜੇ ਖਰਚੇ ਦੇ ਨਾਲ ਗੱਡੀ ਜਾਂਦੀ ਹੈਗੀ ਹੈ ਤੇ ਮਲੀਆ ਮੇਟ ਹੋ ਚੁੱਕੀ ਹੈ। ਵੇਖੋ ਨਾ, ਇਹ ਐਡੀ ਐਡੀ ਖਾਲੀ ਹੁੰਦੀ ਹੈ, ਤਕਰੀਬਨ 4 ਫੁੱਟ 3 ਫੁੱਟ ਦੀ ਕਰ ਲਓ, ਲੇਕਿਨ ਉਹ ਪਿੱਛੇ ਵੇਖ ਲਵੋ ਮਿੱਟੀ ਇਸ ਤਰ੍ਹਾਂ ਪਹਾੜੀ ਜੀ ਬਣ ਗਈ ਕਿ ਥੱਲੇ ਬਹਿ ਗਈ ਹੈਗੀ ਇਹਨੂੰ ਤੇ ਨਾ ਆ ਗੰਦ ਨਿਕਲਿਆ ਹੈ ਤੇ ਮੱਕੀ ਤਾਂ ਬਹੁਤ ਥੱਲੇ ਹੈ। ਇਹ ਕੋਈ ਜਿਹਨੂੰ ਕਿਹਾ ਜਾਵੇ ਲੱਖਾਂ ਦਾ ਨੁਕਸਾਨ ਨਹੀਂ, ਕਰੋੜਾਂ ਦਾ ਨੁਕਸਾਨ ਹੈ, ਨਾਲ ਮਿਹਨਤ ਦਾ ਨੁਕਸਾਨ ਹੈ, ਨਾਲ ਉਹਨਾਂ ਦੀ ਹਿੰਮਤ ਦਾ ਨੁਕਸਾਨ ਹੈਗਾ ਜਿਹੜਾ ਉਹਨਾਂ ਦਿਨ ਰਾਤ ਕਰਕੇ ਇੱਕ ਕੀਤੀ ਸੀ। ਲੇਕਿਨ ਇਹ ਹਿੰਮਤ ਦਾ ਅਜਰ ਅੱਲਾ ਉਹਨਾਂ ਨੂੰ ਦੇਵੇਗਾ, ਜ਼ਰੂਰ ਦੇਵੇਗਾ, ਅੱਲਾ ਤੋਂ ਉਮੀਦ ਹੈਗੀ। ਲੇਕਿਨ ਸਾਡੇ ਨਾਲ ਗੌਰਮੈਂਟ ਕੋਲੋਂ ਵੀ ਇੱਕ ਛੋਟੀ ਜਿਹੀ ਉਮੀਦ ਹੈਗੀ ਕਿ ਇਹਨਾਂ ਵਿਚਾਰੇ ਗਰੀਬਾਂ ਦੀ ਮਦਦ ਕਰਨ। ਉਹ ਟਿਊਬਵੈੱਲ ਹੈਗਾ, ਤੁਹਾਨੂੰ ਟਿਊਬਵੈੱਲ ਵਿਖਾਣੇ ਆ ਕਿ ਇਹ ਤਾਂ ਨੁਕਸਾਨ ਹੋਇਆ ਹੀ ਹੋਇਆ ਹੈ। ਜਿਹੜਾ ਉਹ ਲੱਖਾਂ ਰੁਪਇਆ ਲਾ ਕੇ ਇੱਕ ਟਿਊਬਵੈੱਲ ਜਾਂ ਇੱਕ ਟਰਬੈਨ ਜਾਂ ਇੱਕ ਮੋਟਰ ਜਾਂ ਇੱਕ ਪੀਟਰ ਲਾਉਂਦੇ ਨੇ, ਉਹਦਾ ਕਿੰਨਾ ਨੁਕਸਾਨ ਹੁੰਦਾ ਹੈ ਉਹ ਵੀ ਤੁਹਾਨੂੰ ਚੱਲ ਲੱਗੇ ਕਿ ਵਿਖਾਣੇ ਆ। ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜੋ ਕਿ ਇਹ ਟਿਊਬਵੈੱਲ ਲੱਗਿਆ ਹੋਇਆ ਹੈਗਾ, ਭਾਈ ਦਾ ਹੈਗਾ ਤੇ ਇਹਦੇ ਕੋਲ ਪੁੱਛਣੇ ਆ ਕਿ ਇੱਥੇ ਕੀ ਹੈਗਾ ਸੀ, ਕੀ ਨੁਕਸਾਨ ਹੋਇਆ। ਅਸਲਾਮ ਵਾਲੇਕਮ। ਜੀ ਵਾਲੇਕੁਮ ਸਲਾਮ। ਇਹ ਕੀ ਨੁਕਸਾਨ ਹੋਇਆ ਇੱਥੇ ਤੁਹਾਡੇ ਟਿਊਬਵੈੱਲ ਦਾ ਕੀ ਨੁਕਸਾਨ ਹੋਇਆ? ਵੇਖ ਰਿਹਾ ਟਿਊਬਵੈੱਲ ਦਾ 20 ਪਲੇਟਾਂ ਸੀ ਸੋਲਰ ਜੀ ਵੱਡੀਆਂ, ਤੇ ਇੱਕ ਮੋਟਰ ਸੀ ਜੀ, ਉਹ ਜਿਹੜੀ ਸਾਰਾ ਕੁਝ ਲੋੜ ਗਿਆ ਜੀ। ਕਮਰਾ ਵੀ ਸੀ ਇੱਥੇ ਸਾਡਾ। ਕਮਰਾ ਸੀ, 20 ਪਲੇਟਾਂ ਸੋਲਰ ਦੀਆਂ ਆਈਆਂ ਸਨ ਜਿਹੜੀਆਂ ਸਾਰੀਆਂ ਕੁਝ ਸਲਾਬ ਦੇ ਵਿੱਚ ਰੁੜ ਗਈਆਂ ਹੈਗੀਆਂ ਨੇ, ਕੁਛ ਵੀ ਨਹੀਂ ਲੱਭਿਆ ਉਸ ਤੋਂ ਬਾਅਦ। ਹੋਰ ਕੀ ਹੈਗਾ ਸੀ? ਹੋਰ ਜੀ ਸਮਾਨ ਸਮੂਨ ਕੱਢ ਕੇ ਲੈ ਜਾਣ ਲੱਗੇ ਸੀ ਅਸੀਂ ਜੀ, ਤੇ ਉਹ ਉਧਰ ਲਾ ਕੇ ਆਇਆ ਸ਼ਹਿਰ ਜੀ, ਤੇ ਪਿੱਛੇ ਆਇਆ, ਪਿੱਛੇ ਪਾਣੀ ਸੀ, ਡੰਗਰ ਵੀ ਸਾਡੇ ਸੀ 8-10 ਜੀ, ਉਹ ਵੀ ਰੁੜ ਗਏ ਨੇ। ਤੇ ਬਾਕੀ ਤੁਸੀਂ ਅੱਗੇ ਵੇਖ ਸਕਦੇ ਹੋ ਕੀ ਸੂਰਤ ਹਾਲ ਹੈ। ਭਾਈ ਦਾ ਕਹਿਣਾ ਹੈ ਸੀ ਕਿ ਕਮਰਾ ਵਗੈਰਾ ਇੱਥੇ ਹੈਗਾ ਸੀ ਤੇ ਮਾਲ ਡੰਗਰ ਹੈਗਾ ਸੀ, ਸਾਰਾ ਰੁੜ ਗਿਆ, ਪਲੇਟਾਂ ਰੁੜ ਗਈਆਂ ਤੇ ਸਿਰਫ ਸਮਾਨ ਰੱਖਣ ਗਏ ਨੇ ਤੇ ਵਾਪਸ ਆਏ ਤੇ ਹਾਲਾਤ ਸਨ। ਅੱਛਾ, ਮੈਨੂੰ ਦੱਸਿਆ ਕਿ ਖੂਹ ਕਿੰਨੇ ਫੁੱਟ ਸੀ? ਖੂਹ ਜੀ 8 ਤੋਂ 10 ਫੁੱਟ ਸੀ ਥੱਲੇ। 10 ਫੁੱਟ ਸੀ ਤੇ ਜਿਹੜਾ ਉਹਨੇ ਪਾਣੀ ਨਾਲ ਮਿੱਟੀ ਨਾਲ ਭਰਿਆ ਗਿਆ? ਹਾਂਜੀ, ਭਰਿਆ ਗਿਆ ਸੀ ਤੇ ਇੱਥੇ ਬੱਚੇ ਵੀ ਸਾਡੇ 2 ਡੁੱਬਣ ਲੱਗੇ ਸੀ ਜੀ। ਭਾਈ ਦੇ ਕਿਸਨੇ ਕਿ ਇੱਥੇ ਖੂਹ ਸੀ ਤੇ ਪਾਣੀ ਹੋ ਗਿਆ ਸੀ ਉੱਤੇ, ਤੇ ਪਤਾ ਨਹੀਂ ਲੱਗਦਾ ਸੀ ਕਿ ਪਾਣੀ ਹੈ ਕਿ ਥੱਲੇ ਕੀ ਹੈਗਾ, ਤੇ ਬੱਚੇ ਵੀ ਡੁੱਬਣ ਲੱਗੇ ਸਨ, ਲੇਕਿਨ ਬਚਤ ਹੋ ਗਈ, ਸ਼ੁਕਰ ਅੱਲਾ ਦਾ। ਤੇ ਮਿੱਟੀ ਦੇ ਨਾਲ ਫੁੱਲ ਇਸ ਟਾਈਮ ਤੁਸੀਂ ਵੇਖ ਸਕਦੇ ਜੋ ਕਿ ਕਿੰਨੀ ਮਿੱਟੀ ਹੈ ਤੇ ਕਿੰਨੀ ਤਬਾਹਕਾਰੀਆਂ ਨੇ। ਮੇਰੇ ਖਿਆਲ ਫਿਲਹਾਲ ਤਾਂ ਇਹ ਬਰਬਾਦ ਹੋ ਗਿਆ। ਇਹ ਉਹਨੂੰ 4 ਲੱਖ 5 ਲੱਖ ਜਿੰਨਾ ਵੀ ਨੁਕਸਾਨ ਹੋਇਆ, ਦੁਬਾਰਾ ਵਿਚਾਰੇ ਲਾਵਾਂ ਦੇ ਖੜਾ ਕਰਨ ਵਾਸਤੇ, ਦੁਬਾਰਾ ਸਾਰੀ ਮਿਹਨਤ ਕਰਨ ਦੇ, ਪਲੇਟਾਂ ਲਿਆਵਾਂ ਦੇ ਲੱਖਾਂ ਦਾ ਖਰਚਾ ਹੈਗਾ। ਇਹ ਇੱਕ ਹੈ ਜੀ ਨਹੀਂ, ਇਹ ਜਿਵੇਂ ਪਿੰਡ ਦੇ ਵਿੱਚ, ਇਸ ਇਲਾਕੇ ਦੇ ਵਿੱਚ, ਇਸ ਸੂਬੇ ਦੇ ਵਿੱਚ ਜਿੱਥੇ ਸਲਾਬ ਹੋਇਆ ਹੈ, ਹਜ਼ਾਰਾਂ ਮਿਸਾਲਾਂ ਨੇ। ਤਾਂ ਹਜ਼ਾਰਾਂ ਨੂੰ ਅਗਰ ਲੱਖਾਂ 'ਤੇ ਡਿਵਾਈਡ ਕੀਤਾ ਜਾਵੇ, ਮਲਟੀਪਲਾਈ ਕੀਤਾ ਜਾਵੇ, ਤੇ ਕਰੋੜਾਂ ਤੇ ਅਰਬਾਂ ਰੁਪਈਆ ਬੰਦਾ ਹੈਗਾ। ਕੌਣ ਇਹਨਾਂ ਦਾ ਸਾਨੇ ਹਾਲ ਹੈਗਾ? ਘਰ ਤਾਂ ਡੁੱਬੇ, ਕਾਰੋਬਾਰ ਡੁੱਬੇ, ਜ਼ਮੀਨਾਂ, ਫਸਲਾਂ, ਹਰ ਸ਼ੈ ਡੁੱਬੇ ਹੈਗੇ ਨੇ। ਇਹ ਗਰੀਬ ਤਬਕਾ, ਮਿਡਲ ਕਲਾਸ ਤਬਕਾ, ਜ਼ਿਮੀਦਾਰ, ਹਰ ਬੰਦੇ ਦਾ ਨੁਕਸਾਨ ਹੋਇਆ। ਹਰ ਬੰਦਾ ਜਿਹੜਾ ਆਦੇ ਪੀਕ ਲੈਵਲ 'ਤੇ ਸੀ ਉਹ ਥੱਲੇ ਆਇਆ, ਜਿਹੜਾ ਥੱਲੇ ਸੀ ਉਹ ਹੋਰ ਥੱਲੇ ਆਇਆ। ਤੇ ਮਹਿੰਗਾਈ ਨੇ ਤਾਂ ਕਮਰ ਤੋੜੀ ਵੀ ਸੀ ਪਹਿਲੇ ਹੀ ਗਰੀਬਾਂ ਦੀ। ਅੱਜ ਇਸ ਸਲਾਬ ਨੇ, ਇਹ ਮਿੱਟੀ ਨੇ ਉਹਨਾਂ ਦੀ ਮਜ਼ੀਦ ਕਮਰ ਤੋੜ ਦਿੱਤੀ। ਉਹਨਾਂ ਕੋਲ ਮਜ਼ੀਦ ਹੁਣ ਕੰਮ ਕਰਨ ਰਹਿ ਹੀ ਨਹੀਂ ਗਿਆ। ਵਿਚਾਰੇ ਕਦੇ ਇੱਥੇ ਟੁਰਦੇ ਨੇ, ਬਸ ਫੇਰਾ ਮਾਰ ਜਾਂਦੇ ਨੇ ਕਿ ਇਸ ਉਮੀਦ 'ਤੇ ਕਿ ਗੌਰਮੈਂਟ ਆਵੇ ਦੀ, ਮਹਿਕਮਾ ਜ਼ਰਾਤ ਆਵੇ ਦਾ, ਸਾਡੀ ਮਦਦ ਕਰੇ ਦਾ, ਸਾਡੇ ਵਾਸਤੇ ਇੱਕ ਐਸੀ ਓਪਰਚੁਨਿਟੀ ਲਿਆਵੇ ਦਾ ਕਿ ਅਸੀਂ ਦੁਬਾਰਾ ਦੇ ਪੈਰਾਂ 'ਤੇ ਖੜੇ ਹੋ ਜਾਈਏ। ਅੱਲਾ ਇਹਨਾਂ ਨੂੰ ਹੌਸਲਾ ਦੇਵੇ ਤੇ ਸਾਡੀ ਗੌਰਮੈਂਟ ਆਵੇ ਤੇ ਇਹਨਾਂ ਵਿਚਾਰਿਆਂ ਦੀ ਇੱਕ ਮਦਦ ਕੀਤੀ ਜਾਵੇ ਤੇ ਥੋੜ੍ਹੀ ਜਿਹੀ ਇਹਨਾਂ ਦੀ ਸੁਣੀ ਜਾਵੇ। ਇਹਦੇ ਨਾਲ ਤੁਸੀਂ ਮੈਨੂੰ ਇਜਾਜ਼ਤ ਦਿਓ, ਮਿਲਣੇ ਅਗਲੇ ਪ੍ਰੋਗਰਾਮ ਦੇ ਵਿੱਚ। ਅੱਲਾ ਹਾਫਿਜ਼।